हालेलुया जय मसीह दी जी साਰਿਆਂ ਨੂੰ। ਇਹ ਚੈਨਲ ਸ਼ੁਰੂ ਕੀਤਾ ਆਪਾਂ ਨੇ ਜੀ ਤਾਂ ਕਿ ਪਰਮੇਸ਼ਵਰ ਦਾ ਸੰਦੇਸ਼ ਤੁਹਾਡੇ ਸਭਨਾਂ ਤੱਕ ਪਹੁੰਚ ਸਕੇ। ਇਸ ਚੈਨਲ ਦਾ ਨਾਮ ਹੈ ਗਲੋਰੀ ਲਾਈਫ ਕ੍ਰਿਏਸ਼ਨ, ਤੇਜੋਮਈ ਲਾਈਫ, ਤੇਜੋਮਈ ਜੀਵਨ ਦੀ ਸ੍ਰਿਸ਼ਟੀ, ਤਾਂ ਕਿ ਅਸੀਂ ਆਪਣੇ ਜੀਵਨ ਨੂੰ ਤੇਜ ਨਾਲ, ਤੇਜੋਮਈ, ਕਿਉਂਕਿ ਪਰਮੇਸ਼ਵਰ ਤੇਜ ਨਾਲ ਭਰੇ ਹੋਏ ਆ, ਇਸ ਕਰਕੇ ਅਸੀਂ ਵੀ ਤੇਜ ਨਾਲ ਭਰਨਾ। ਜਿਸ ਤਰ੍ਹਾਂ ਪਰਮੇਸ਼ਵਰ ਨੇ ਕਿਹਾ ਜਿਸ ਤਰ੍ਹਾਂ ਮੈਂ ਪਵਿੱਤਰ ਹਾਂ ਉਸ ਤਰ੍ਹਾਂ ਤੂੰ ਵੀ ਪਵਿੱਤਰ ਬਣ। ਇਸ ਕਰਕੇ ਸਾਡਾ ਜਿਹੜਾ ਜੀਵਨ ਹੈ ਉਹ ਤੇਜੋਮਈ ਜੀਵਨ ਚਾਹੀਦਾ। ਤੇਜੋਮਈ ਜੀਵਨ ਨੂੰ ਪਾਉਣ ਦੇ ਲਈ ਪਵਿੱਤਰਤਾ ਹੀ ਮਸਟ ਹੈ। ਜਿਸ ਤਰ੍ਹਾਂ ਇੱਕ ਡਾਕਟਰ ਬਣਨ ਦੇ ਲਈ ਉਸ ਦੀ ਜਿਹੜੀ ਕੁਆਲੀਫਿਕੇਸ਼ਨ ਹੈ ਉਹ ਮੈਡੀਕਲ ਹੋਣੀ ਚਾਹੀਦੀ ਹੈ, ਔਰ ਇੱਕ ਵਕੀਲ ਬਣਨ ਦੀ ਕੁਆਲੀਫਿਕੇਸ਼ਨ ਉਹਦੀ ਲਾਅ ਹੋਣੀ ਚਾਹੀਦੀ ਹੈ। ਪਰ ਇਸੇ ਤਰ੍ਹਾਂ ਹੀ ਪਰਮੇਸ਼ਵਰ ਦੇ ਸਵਰੂਪ ਦੇ ਵਿੱਚ, ਗਲੋਰੀਮਈ ਸਵਰੂਪ ਦੇ ਵਿੱਚ ਚੱਲਣ ਦੇ ਲਈ ਕੁਆਲੀਫਿਕੇਸ਼ਨ ਪਵਿੱਤਰਤਾ ਹੀ ਚਾਹੀਦੀ ਹੈ। ਇਹ ਸਭ ਤੋਂ ਵੱਡੀ ਕੁਆਲੀਫਿਕੇਸ਼ਨ ਹੈ ਤਾਂ ਕਿ ਅਸੀਂ ਪਰਮੇਸ਼ਵਰ ਨਾਲ ਚੱਲ ਸਕੀਏ ਪ੍ਰਭੂ ਜੀ। ਸੋ ਮੈਂ ਪ੍ਰਭੂ ਯਿਸੂ ਦੇ ਮਹਾਨ ਅਨੁਗ੍ਰਹਿ ਕਿਰਪਾ ਦੁਆਰਾ ਮੈਂ ਇੱਕ ਪਰਮੇਸ਼ਵਰ ਤੋਂ ਦਿੱਤਾ ਹੋਇਆ ਇੱਕ ਮੈਸੇਜ ਹੈ, ਗਵਾਹ ਹੋ ਕੇ ਜੀਣਾ। ਗਵਾਹ ਹੋ ਕੇ ਜੀਣਾ ਪਰਮਾਤਮਾ ਦੇ ਲਈ ਉਹ ਕਿਸ ਤਰ੍ਹਾਂ ਹੈ, ਕਿਸ ਤਰ੍ਹਾਂ ਅਸੀਂ ਪਰਮਾਤਮਾ ਦਾ ਗਵਾਹ ਬਣਨਾ। ਦਿਨ, ਮਹੀਨੇ, ਸਾਲ, दिन भी बीत रहे हैं, महीने भी बीत रहे हैं, साल भी बीत रहे हैं, कैलेंडर बदल रहे हैं, पर एक व्यक्ति नहीं बदल रहा। एक भी व्यक्ति, कोई भी है, कोई नहीं बदल रहा। दिन भी महीने, दिन भी बीत रहे हैं, महीने भी बीत रहे हैं, साल भी बीत रहे हैं और कैलेंडर भी बीत रहे हैं, लेकिन एक भी व्यक्ति नहीं बदल रहा। ਅਸੀਂ ਚਰਚ ਵਿੱਚ ਜਾਂਦੇ ਹਾਂ, ਵਚਨ ਸੁਣਦੇ ਹਾਂ, ਵਚਨ ਸੁਣ ਕੇ ਰੋਂਦੇ ਹਾਂ। 4 ਦਿਨ, ਸਿਰਫ 4 ਦਿਨ ਆਪਣੇ ਜੀਵਨ ਦੇ ਵਿੱਚ ਚੇਂਜ ਦਿਖਾਉਂਦੇ ਹਾਂ, ਫਿਰ ਸੰਸਾਰ ਵਰਗੇ ਕੰਮ ਕਰਨ ਲੱਗ ਜਾਂਦੇ ਹਾਂ। ਇਹ ਇਸ ਲਈ ਹੁੰਦਾ ਹੈ ਕਿ ਅਸੀਂ ਵਚਨ ਤੋਂ ਬਾਅਦ ਕੋਈ ਵੀ ਨਿਰਣੇ ਨਹੀਂ ਲੈਂਦੇ। हर रोज़ चर्च जाना, हर रोज़ प्रार्थना करनी, वचन पढ़ने, अंगीकार करने, गीत गाने, ये किसी काम दे नहीं। सब तो जरूरी साढ़े अंदर जो परमेश्वर जो साढ़े नाल गलबात करते हैं, निर्णय लेना, क्योंकि असीं निर्णय नहीं लेंदे। बाइबल कहती है जिन्नियां ने निर्णय लिया उन्नियां ने आशीष पाई। जिन्नियां ने भी निर्णय लिया उन्नियां ने आशीष पाई। प्रभु जो पहाड़ विच चेलियां नूं उपदेश दे रहे सी, सर्वशक्तिमान परमेश्वर जो पहाड़ उत्ते चेलियां नूं उपदेश दे रहे सी, उस वक्त चेलियां ने प्रभु यीशु मसीह जी नूं पुछया कि प्रभु जी आप जी दा आउणा अते जगत दा अंत किस तरह होवेगा। प्रभु जी ने उत्तर दिता कि मेरे आउण दा अंत दा एक सीजन होएगा। जिस तरह सीजन होंदे ना, ब्याहां दा सीजन, और गर्मियां दे विच मैंगो आंदा, अंब दा सीजन, सेब दा सीजन, इस तरह ही सर्दी का सीजन, गर्मी का सीजन। इसी तरह ही परमेश्वर ने उस सीजन की गल की है। प्रभु कहते प्रभु जी आप जी का आउण ते जगत का अंत किस तरह होएगा। चेले प्रभु यीशु मसीह ने पूछ रहे हैं कि प्रभु यीशु मसीह जी ने पूछा कि प्रभु जी आप जी का आउणा अते जगत का अंत किस तरह होएगा। प्रभु जी ने उत्तर दिता कि मेरे आउण का एक सीजन होएगा। वो सीजन नूहां दा सीजन, लूत दा सीजन,
ਜਿਸ ਤਰ੍ਹਾਂ ਨੂਹ ਦਾ ਸੀਜ਼ਨ ਸੀਗਾ ਔਰ ਲੂਤ ਦਾ ਸੀਜ਼ਨ ਸੀ, ਉਸ ਤਰ੍ਹਾਂ ਦਾ ਸੀਜ਼ਨ ਮੇਰੇ ਆਉਣ ਦਾ ਹੋਏਗਾ। ਪ੍ਰਭੂ ਜੀ ਨੇ ਕਿਹਾ ਮੇਰੇ ਆਉਣ ਤੋਂ ਪਹਿਲਾਂ ਨੂਹ ਔਰ ਲੂਤ ਦੇ ਦਿਨ ਵਾਪਸ ਆਉਣਗੇ। ਸਰਵ ਸ਼ਕਤੀਮਾਨ ਪਰਮੇਸ਼ਵਰ ਕਹਿ ਰਹੇ ਹਨ ਮੇਰੇ ਆਉਣ ਤੋਂ ਪਹਿਲਾਂ ਨੂਹ ਔਰ ਲੂਤ ਦੇ ਦਿਨ ਵਾਪਸ ਆਉਣਗੇ। ਯਾਨੀ ਕਿ ਜੋ ਨੂਹ ਔਰ ਲੂਤ ਦੇ ਦਿਨਾਂ ਦੇ ਵਿੱਚ ਹੋ ਰਿਹਾ ਸੀ ਉਹੀ ਅੱਜ ਉਹੀ ਉਸ ਸੀਜ਼ਨ ਦੇ ਵਿੱਚ ਹੋਏਗਾ। ਜੋ ਨੂਹ ਔਰ ਲੂਤ ਦੇ ਸੀਜ਼ਨ 'ਚ ਹੋਇਆ ਸੀ ਉਹੀ ਉਸ ਸੀਜ਼ਨ 'ਚ ਹੋਏਗਾ ਜੋ ਨੂਹ ਔਰ ਲੂਤ ਦੇ ਸੀਜ਼ਨ ਸੀਗੇ। ਨੂਹਾਂ ਦੇ ਦਿਨਾਂ ਵਿੱਚ ਪੁਰਸ਼ ਪੁਰਸ਼ ਨਾਲ ਔਰ ਇਸਤਰੀਆਂ ਇਸਤਰੀ ਨਾਲ ਪਾਪ ਕਰਨਗੀਆਂ। ਨੂਹ ਔਰ ਲੂਤ ਦੇ ਦਿਨਾਂ ਦੇ ਵਿੱਚ ਪੁਰਸ਼ ਪੁਰਸ਼ ਨਾਲ ਪਾਪ ਕਰਦਾ ਸੀ ਔਰ ਇਸਤਰੀਆਂ ਇਸਤਰੀਆਂ ਨਾਲ ਪਾਪ ਕਰਦੀਆਂ ਸੀ। ਪਰ ਬਹੁਤ ਸਾਰੇ ਘੱਟ ਲੋਕ ਜਾਣਦੇ ਆ ਕਿ ਲੂਤ ਦੇ ਦਿਨ ਕਿਸ ਤਰ੍ਹਾਂ ਦੇ ਸੀ। ਜਦ ਪਰਮੇਸ਼ਵਰ ਸਦੋਮ ਔਰ ਅਮੋਰਾ ਨੂੰ ਨਾਸ਼ ਕਰ ਰਿਹਾ ਸੀ ਤਾਂ ਪਰਮੇਸ਼ਵਰ ਨੇ ਲੂਤ ਨੂੰ ਬਚਾਉਣਾ ਠਾਣਿਆ। ਲੂਤ ਇੱਕ ਧਰਮੀ ਮਨੁੱਖ ਸੀਗਾ, ਪਰਮੇਸ਼ਵਰ ਦਾ ਸੰਤ ਸੀਗਾ, ਧਰਮੀ। ਪਰਮੇਸ਼ਵਰ ਨੇ ਠਾਣਿਆ ਸੀ ਕਿ ਸਦੋਮ ਔਰ ਅਮੋਰਾ ਉਸ ਦੇਸ਼ ਦੇ ਵਿੱਚ ਬਹੁਤ ਜ਼ਿਆਦਾ ਪਾਪ ਸੀਗਾ ਕਿ ਇਨਸਾਨ ਇਨਸਾਨਾਂ ਦੇ ਨਾਲ ਗਲਤ ਕੰਮ ਕਰਦਾ ਸੀ, ਇਸਤਰੀਆਂ ਇਸਤਰੀਆਂ ਨਾਲ ਗਲਤ ਕੰਮ ਕਰਦੀਆਂ ਸੀ। ਤਾਂ ਪਰਮੇਸ਼ਵਰ ਨੇ ਇਹ ਬਹੁਤ ਜ਼ਿਆਦਾ ਪਾਪ ਜਦੋਂ ਵੱਧ ਚੁੱਕਿਆ ਸੀ ਤਾਂ ਪਰਮੇਸ਼ਵਰ ਨੇ ਸਦੋਮ ਔਰ ਅਮੋਰਾ ਉਸ ਦੇਸ਼ ਨੂੰ ਗੰਧਕ ਦੀ ਅੱਗ ਨਾਲ, ਜੋ ਕਿ ਉੱਪਰ ਤੋਂ ਆਸਮਾਨ ਤੋਂ ਅੱਗ ਦੀ ਵਰਸ਼ਾ ਹੋਈ ਸੀ, ਉਹਦੇ ਨਾਲ ਉਸ ਸਦੋਮ ਔਰ ਅਮੋਰਾ ਨੂੰ ਨਾਸ਼ ਕਰ ਦਿੱਤਾ ਸੀ। ਲੇਕਿਨ ਸਿਰਫ ਇੱਕ ਲੂਤ ਨੂੰ ਬਚਾਇਆ ਸੀ, ਉਹ ਧਰਮੀ ਪੁਰਸ਼ ਸੀਗਾ। ਪਰਮੇਸ਼ਵਰ ਨੇ ਡਿਸਾਈਡ ਕੀਤਾ ਸੀ ਕਿ ਉਹ ਲੂਤ ਨੂੰ ਬਚਾਏਗਾ ਕਿਉਂਕਿ ਉਹ ਇਬਰਾਹਿਮ ਦੇ ਖਾਨਦਾਨ ਦਾ ਸੀ। ਕਿਉਂ ਬਚਾਏਗਾ? ਇਹ ਵੀ ਇੱਕ ਸਪੈਸ਼ਲ ਹੋਇਆ ਕਿ ਲੂਤ ਹੀ ਖਾਸ ਕਿਉਂ? ਕਿਉਂਕਿ ਉਹ ਇਬਰਾਹਿਮ ਦਾ ਖਾਨਦਾਨ ਦਾ ਸੀ। ਔਰ ਪਰਮੇਸ਼ਵਰ ਨੇ ਸਵਰਗਦੂਤ ਭੇਜੇ ਕਿ ਲੂਤ ਨੂੰ ਕਿਹਾ ਕਿ ਇੱਥੋਂ ਨਿਕਲ ਕੇ ਪਰਮੇਸ਼ਵਰ ਨੇ ਇਸ ਨੂੰ ਨਾਸ਼ ਕਰਨਾ ਹੈ। ਔਰ ਬਾਈਬਲ ਵਿੱਚ ਲਿਖਿਆ ਹੈ ਕਿ ਉਹ ਸੁਣ ਕੇ ਲੂਤ ਵਿਲੰਬ ਕਰਦਾ ਰਿਹਾ। ਲੂਤ ਨੂੰ ਪਰਮੇਸ਼ਵਰ ਦੇ ਸਵਰਗਦੂਤਾਂ ਨੇ ਕਿਹਾ ਕਿ ਇੱਥੋਂ ਨਿਕਲ, ਲੇਕਿਨ ਲੂਤ ਕੀ ਕਰਦਾ ਰਿਹਾ? ਉੱਥੇ ਵਿਲੰਬ ਕਰਦਾ ਰਿਹਾ, ਕਦੇ ਇੱਧਰ ਨੂੰ ਕਦੇ ਉੱਧਰ ਨੂੰ ਕਦੇ ਇੱਧਰ ਨੂੰ। ਉਹ ਆਪਣਾ ਡਿਸੀਜ਼ਨ ਨਹੀਂ ਲੈ ਪਾ ਰਿਹਾ ਸੀਗਾ ਕਿ ਜਦੋਂ ਉਹਨੂੰ ਕਿਹਾ ਗਿਆ ਇੱਥੋਂ ਨਿਕਲ, ਲੇਕਿਨ ਉਹ ਨਿਕਲਿਆ ਨਹੀਂ, ਸਵਰਗਦੂਤਾਂ ਦੀ ਗੱਲ ਨਹੀਂ ਮੰਨ ਪਾ ਰਿਹਾ ਸੀ। ਯਿਸੂ ਮਸੀਹ ਕਹਿੰਦੇ ਆ ਕਿ ਮੇਰੇ ਆਉਣ ਤੋਂ ਪਹਿਲਾਂ ਲੂਤ ਦੇ ਦਿਨ ਵਾਪਸ ਆਉਣਗੇ। ਉਹ ਇਹ ਸਮਝਾਉਣਾ ਚਾਹੁੰਦੇ ਸੀ ਕਿ ਜਿਸ ਤਰ੍ਹਾਂ ਲੂਤ ਨਿਰਣੇ ਨਹੀਂ ਲੈ ਪਾ ਰਿਹਾ ਸੀ, ਇਸੇ ਤਰ੍ਹਾਂ ਲੋਕ ਵੀ ਅੰਤਿਮ ਦਿਨਾਂ ਦੇ ਵਿੱਚ ਵਚਨ ਸੁਣਨਗੇ ਲੇਕਿਨ ਨਿਰਣੇ ਨਹੀਂ ਲੈ ਸਕਣਗੇ। ਇਸ ਟਾਈਮ ਅੰਤਿਮ ਸਮੇਂ ਚੱਲ ਰਿਹਾ ਹੈ, ਪਰਮੇਸ਼ਵਰ ਦਾ ਆਗਮਨ ਬਹੁਤ ਨੇੜੇ ਹੈ, ਬਹੁਤ ਨੇੜੇ। ਲੇਕਿਨ ਅੱਜ ਦੇ ਸਮੇਂ ਦੇ ਵਿੱਚ ਲੋਕ ਵਚਨ ਸੁਣਦੇ ਆ, ਫਿਰ ਉਹੀ ਗੱਲ, ਪ੍ਰਾਰਥਨਾ ਕਰਦੇ ਆ, ਚਰਚ ਜਾਂਦੇ ਆ, ਲੇਕਿਨ ਨਿਰਣੇ ਨਹੀਂ ਲੈ ਪਾਉਂਦੇ, ਨਿਰਣੇ ਨਹੀਂ ਲੈ ਪਾਉਂਦੇ। ਇਸੇ ਤਰ੍ਹਾਂ ਲੋਕ ਵੀ ਅੰਤਿਮ ਦਿਨਾਂ ਵਿੱਚ वचन सुनेंगे लेकिन निर्णय नहीं ले सकेंगे। जब आप निर्णय लोगे वचन सुनने के बाद कि मुझे ऐसा बनना है, उसके बाद शैतान और आपका दिमाग आपसे बात करना शुरू कर देगा। ਜਦੋਂ एक बंदा वचन सुनने तो बाद जो वचन की डिमांड होंदी है, जो परमात्मा हर एक इंसान के नाल अपना जो वचन हर एक को जिस तरह का वचन परमेश्वर वालों पहुँचता है, जिस तरह परमेश्वर उन्होंने जीवन के विच चाहते हैं, लेकिन जेड़े परमेश्वर की वचन की आवाज़ नूं उस वचन नूं सुन के उहदा निर्णय नहीं लैंदे, तो उन्होंने दे नाल तां बाइबल गल नहीं कर रही। जेड़े निर्णय लै लैंदे हैं बाइबल उन्होंने नाल गल कर रही है। बाइबल कह रही है कि जेड़े वचन जदे वचन सुन के निर्णय लैंदे हैं तो उन्होंने नाल शैतान और उन्होंने दिमाग गल करना शुरू कर देगा जदों निर्णय लैणगे। नहीं उस तो पहला की है कि दिमाग बुझ करके रखता शैतान, समझ नहीं आती। परमेश्वर के संत सेवक वचन सुनाते होंगे
बैठे हैं, ਅਸੀਂ बैठे हैं, वचन सुन रहे हैं, गर्दन भी हिला रहे हैं भी हाँ सानू समझ आ रही है, लेकिन कुछ भी नहीं समझ आ रही। पूछा जाए, क्वेश्चन पूछा जाए भी की दसिया, कुछ भी नहीं है, पता नहीं जी की बोले सीगे। क्यों? क्योंकि निर्णय नहीं लेंदे, सिर्फ वचन सुनते हैं, उस तो बाद वचन चोरी हो जाता, घर तक पहुँच गए। इस करके जो निर्णय लवांगे, जो भी निर्णय लवांगे, उदों शैतान और आपका दिमाग और तुहाडा दिमाग तुहाडे नाल गल करनी शुरू कर देगा। ऐसा नहीं हो सकता लोग आप जी दे निर्णय नूं तोड़ेंगे, लोग नहीं तुहाडे निर्णय तोड़ सकते। जिहड़ा निर्णय तुसीं ले लिया वो तुहाडा है, दूसरा बंदा तुहाडे निर्णय नूं नहीं तोड़ सकता। इसलिए यीशु जी ने कहा जो अंत तक धीरज धरनगे उसी का उद्धार होगा। सर्वशक्तिमान परमेश्वर कहते जिहड़ा अंत तक धीरज धरेगा उसी का उद्धार होएगा। जय मसीह दी।